हरकिरत सिंह ਵੱਲੋਂ ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਾਧ ਸੰਗਤਾਂ ਨੂੰ ਕੋਟਨ ਕੋਟ ਮੁਬਾਰਕਾਂ ਜੀ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਅਸੀਂ ਸੰਗਤ ਦੇ ਰੂਪ ਦੇ ਵਿੱਚ ਵਿਚਾਰ ਚਰਚਾ ਕਰਾਂਗੇ। ਸਾਡੇ ਨਾਲ ਇਸ ਸੰਗਤ ਦੇ ਵਿੱਚ ਸੰਗਤ रूपी विचार चर्चा ਦੇ ਵਿੱਚ ਸ਼ਾਮਲ ਹੋਏ ਨੇ डॉक्टर खुशहाल सिंह जी जो कि सिख बुद्धिजीवी ने। डॉक्टर साहब जी वाहिगुरू जी का खालसा वाहिगुरू जी की फतेह। आप जी ਨੂੰ ਸਭ ਤੋਂ ਪਹਿਲਾਂ ਸੱਤਵੇਂ ਪਾਤਸ਼ਾਹ ਸਾਹਿਬ ਕਮਾਲ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਜੀ ਲੱਖ ਲੱਖ ਮੁਬਾਰਕਾਂ ਜੀ। ਜੇ ਗੱਲ ਕਰੀਏ ਸਾਹਿਬ ਕਮਾਲ ਸਤਿਗੁਰੂ ਸ੍ਰੀ ਹਰਿਰਾਏ ਸਾਹਿਬ ਮਹਾਰਾਜ ਦੇ ਜੇ ਜੀਵਨ ਦੀ ਗੱਲ ਕਰੀਏ, ਉਹਨਾਂ ਦੇ ਜੀਵਨ ਦੇ ਵੱਖ-ਵੱਖ ਪੱਖ ਨੇ। ਸਾਨੂੰ ਬਹੁਤ ਸਾਰੀਆਂ ਜਿਹੜੀਆਂ ਸਿੱਖਿਆਵਾਂ ਉਹ ਸਿੱਖਣ ਨੂੰ ਮਿਲਦੀਆਂ ਨੇ। ਗੁਰੂ ਦਾ ਜਿਹੜਾ ਉਪਦੇਸ਼ ਆ, ਉਹਨਾਂ ਨੇ ਆਪਣੇ ਨਿੱਜੀ ਜੀਵਨ ਦੇ ਵਿੱਚ ਜਿਹੜੀਆਂ ਘਟਨਾਵਾਂ ਉਹਨਾਂ ਦੀਆਂ ਵਾਪਰੀਆਂ, ਉਹਨਾਂ ਘਟਨਾਵਾਂ ਤੋਂ ਸੇਧ ਲੈ ਕੇ ਇੱਕ ਸਿੱਖੀ ਸਿਧਾਂਤ ਦੇ ਵਿੱਚ ਪਰਪੱਕ ਹੋਣ ਲਈ ਸਿੱਖੀ ਸਿਧਾਂਤਾਂ ਨੂੰ ਪ੍ਰਫੁੱਲਤ ਕਰੀਏ। ਅਸੀਂ ਉਹਨਾਂ ਵਿਚਾਰਾਂ 'ਤੇ ਅੱਜ ਵਿਚਾਰ ਕਰਾਂਗੇ। ਅਸੀਂ ਸੰਗਤ ਨੂੰ ਵੀ ਅਪੀਲ ਕਰਦੇ ਹਾਂ ਕਿ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਵਸ ਦੀਆਂ ਤੁਸੀਂ ਜੇਕਰ ਮੁਬਾਰਕਾਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹੋ ਜਾਂ ਗੁਰੂ ਮਹਾਰਾਜ ਦੇ ਜੀਵਨ ਦੇ ਪੱਖ ਦੀ ਕੋਈ ਗੱਲ ਘਟਨਾ ਸਾਖੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਅਸੀਂ ਜੀ ਆਏ ਆਖਾਂਗੇ। ਕਿਉਂਕਿ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਸੰਗਤ ਰੂਪੀ ਹੈ। ਸੰਗਤ ਦੇ ਵਿੱਚ ਕੋਈ ਵੱਡਾ ਜਾਂ ਛੋਟਾ ਨਹੀਂ ਹੁੰਦਾ, ਸੰਗਤ ਦੇ ਵਿੱਚ ਸਾਰੇ ਇੱਕ ਸਮਾਨ ਹੁੰਦੇ ਨੇ। ਡਾਕਟਰ ਸਾਹਿਬ ਜੀ, ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਬਚਪਨ ਦਾ ਜਿਹੜਾ ਤੇ ਉਹਨਾਂ ਦੇ ਜਿਹੜਾ ਪਰਿਵਾਰ ਹੈ ਉਹਦੇ ਸੰਬੰਧੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਉਪਲਬਧ ਕਰਾਓ ਜੀ। ਬਾਲਾ ਸਾਹਿਬ ਜੀ, ਆਪ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਗੁਰੂ ਹਰਿਰਾਏ ਜੀ ਦਾ ਜਿਹੜਾ ਜੀਵਨ ਕਾਲ ਹੈਗਾ ਆ ਜੀ, ਉਹ ਬਹੁਤ ਤਰੀਕੇ ਨਾਲ ਜਿਹੜਾ ਆ ਉਹ ਸਿੱਖੀ ਔਰ ਗੁਰਮਤ ਦੇ ਖੇਤਰ ਨੂੰ ਸਮਝ ਦੇ ਵਿੱਚ ਵਿਚਾਰਨ ਵਾਲਾ ਹੈਗਾ ਆ। ਉਹਦੇ ਕਈ ਭੇਦ ਨੇ। ਇਹ ਪਹਿਲਾਂ ਤਾਂ ਇਹ ਕਿ ਗੁਰੂ ਹਰਿਰਾਏ ਜੀ ਦੇ ਇਹ ਪੋਤਰੇ ਨੇ ਜੀ ਔਰ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਨੇ। ਇਹ ਇੱਕ ਇਹਦੇ ਵਿੱਚ ਵੀ ਬਹੁਤ ਵੱਡਾ ਭੇਦ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਵੱਡੇ ਸਪੁੱਤਰ ਸੀ ਸ੍ਰੀ ਚੰਦ ਜੀ, ਉਹਨਾਂ ਦਾ ਇੱਕ ਵੱਖਰਾ ਜਿਹੜਾ ਆ ਇੱਕ ਪੰਥ ਚੱਲਿਆ ਸੀਗਾ ਤੇ ਜਿਹਨੂੰ ਅਸੀਂ ਉਦਾਸੀ ਮਤ ਦੇ ਨਾਲ ਜਾਣਦੇ ਹਾਂ ਜੀ। ਤੇ ਬਾਬਾ ਗੁਰਦਿੱਤਾ ਜੀ ਦੇ ਵੇਲੇ ਉਹ ਕੀਰਤਪੁਰੇ ਆ ਕੇ ਜਿਹੜਾ ਉਹ ਗੁਰੂ ਸਾਹਿਬ ਜੀ ਨੂੰ ਉਹ ਸਮਰਪਿਤ ਹੋ ਜਾਂਦੇ ਹੈ ਤੇ ਉਹ ਵੀ ਸਿੱਖੀ ਧਾਰਾ ਦੇ ਜਿਹੜਾ ਸਮੁੰਦਰ ਹੈ ਉਹਦੇ ਵਿੱਚ ਲੀਨ ਹੋ ਜਾਂਦੇ ਹੈ। ਕਿਉਂਕਿ ਉਸ ਤੋਂ ਪਹਿਲਾਂ ਜਿਹੜਾ ਬਹੁਤ ਸਾਰਾ ਵੱਡੇ ਪੱਧਰ ਦੇ ਉੱਤੇ ਜਿਹੜਾ ਸਿੱਖੀ ਗੁਰਸਤੀ ਧਰਮ ਹੈ ਜੀ ਤੇ ਬਾਬਾ ਸ੍ਰੀ ਚੰਦ ਜੀ ਦੇ ਆਉਣ ਤੋਂ ਬਾਅਦ ਉਹਦੇ ਜਿਹੜੇ ਉਹਨਾਂ ਦੇ ਸ਼ਰਧਾਲੂ ਸੀਗੇ ਉਹ ਉਹਨਾਂ ਦੇ ਵਿੱਚ ਇਹ ਪ੍ਰਚਾਰਿਆ ਤੇ ਪ੍ਰਸਾਰਿਆ ਜਾਣ ਲੱਗਿਆ ਸੀਗਾ ਕਿ ਉਹ ਜਿਹੜਾ ਆ ਧਰਮ ਦੇ ਵਿੱਚ ਜਿਹੜਾ ਉਹ ਜਿਹੜਾ ਸਮਾਜਿਕ ਜੀਵਨ ਹੈ ਉਹਦੇ ਵਿੱਚ ਜਿਹੜੇ ਗ੍ਰਸਤੀ ਜੀਵਨ ਨਹੀਂ, ਜਿਹੜਾ ਆ ਉਦਾਸੀਨਤਾ ਦਾ ਜੀਵਨ ਜਿਹੜਾ ਆ ਉਹ ਘਰ ਤਿਆਗ ਕੇ ਜਿਸ ਤਰ੍ਹਾਂ ਬਾਹਰ ਰਹਿਣ ਸਹਿਣ ਦਾ ਸਾਰਾ ਪ੍ਰੋਗਰਾਮ ਸੀਗਾ ਉਹ ਪ੍ਰਚਲਿਤ ਹੋ ਗਿਆ ਸੀ। ਇਸ ਕਰਕੇ ਗੁਰੂ ਅੰਗਦ ਜੀ ਵੇਲੇ, ਗੁਰੂ ਅਮਰਦਾਸ ਜੀ ਵੇਲੇ ਇਹ ਹੁਕਮਨਾਮੇ ਜਾਰੀ ਕਰਨੇ ਪਏ ਸੀ ਗੁਰੂ ਸਾਹਿਬ ਜੀ ਨੂੰ ਬੜੀ ਸਖਤੀ ਨਾਲ ਕਿ ਗ੍ਰਸਤੀ ਜੀਵਨ ਹੈ ਜਿਹੜਾ ਉਹਦੇ ਵੱਲ ਜਿਹੜਾ ਸਮਾਜਿਕ ਤੌਰ 'ਤੇ ਪ੍ਰੇਰਨਾ ਦਿੱਤੀ ਜਾਵੇ। ਪਰੰਤੂ ਉਸ ਸਮੇਂ ਵੀ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਹੈ ਜਿਹੜਾ ਉਹ ਧੂਣਿਆਂ ਰਾਹੀਂ ਜਿਹੜੇ ਆ ਸੰਪਰਦਾਇ ਸੀਗੇ, ਇਹ ਆਪਣੇ ਸੰਪਰਦਾ ਸੀਗੀ ਉਦਾਸੀਆਂ ਦੀ, ਇਹ ਬਹੁਤ ਦੂਰ ਦਰਾਡੇ ਜਾਂਦੇ ਸੀ। ਇਹਨਾਂ ਦੇ ਉੱਤੇ ਜੋਗਮਤ ਦਾ ਬੜਾ ਪ੍ਰਭਾਵ ਸੀ ਤੇ ਇਹ ਵੀ ਪ੍ਰਚਾਰ ਆਪਣੇ ਹਿਸਾਬ ਨਾਲ ਕਰਦੇ ਸੀ। ਸੋ ਜਦੋਂ ਗੁਰੂ ਸਾਹਿਬ ਜੀ ਦਾ ਇਹ ਸਮਾਂ ਹੁੰਦਾ ਹੈ ਗੁਰੂ ਹਰਿਰਾਏ ਜੀ ਦਾ, ਤਾਂ ਉਸ ਸਮੇਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਹੋਰ ਬਲ ਮਿਲਿਆ ਜਦੋਂ ਉਹ ਸਿੱਖੀ ਦੇ ਵਿੱਚ ਆ ਕੇ ਜਿਹੜਾ ਸਿੱਖ ਪੰਥ ਦੇ ਵਿੱਚ ਆ ਕੇ ਉਹਨਾਂ ਨੇ ਸ਼ਮੂਲੀਅਤ ਕਰ ਦਿੱਤੀ ਸੀਗੀ। ਸੋ ਇਸ ਕਰਕੇ ਉਹ ਇਹਦੇ ਵਿੱਚ ਸਾਨੂੰ ਇਹ ਧਿਆਨ 'ਚ ਰੱਖਣਾ ਪਏਗਾ ਕਿ ਗੁਰੂ ਨਾਨਕ ਦਾ ਜਿਹੜਾ ਚਲਾਇਆ ਪੰਥ ਹੈ ਇਸ ਨੂੰ ਹੋਰ ਪ੍ਰਫੁੱਲਿਤ ਕਰਨ ਵਾਸਤੇ, ਇਹਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਾਂ ਹੈ ਜਿਹੜਾ ਉਹਦਾ ਇੱਕ ਖਾਸ ਜਿਹੜਾ ਵੱਡੀ ਕੰਟਰੀਬਿਊਸ਼ਨ ਹੈ। ਇਸ ਦੇ ਪਿਛੋਕੜ ਵਿੱਚ ਵੀ ਹੈ ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਨਾਲ ਇੱਕ ਖਾਸ ਕਿਸਮ ਦਾ ਜਿਹੜਾ ਮਾਹੌਲ ਤਿਆਰ ਹੋ ਗਿਆ ਸੀ, ਕਿਉਂਕਿ ਇਸਲਾਮ ਦੇ ਵਿੱਚ ਦੋ ਸਕੂਲ ਆਫ ਥਾਟ ਹੈ ਜਿਹੜੇ ਪੈਰਲਲ ਚੱਲ ਰਹੇ ਸੀਗੇ
ਤੇ ਪਹਿਲਾਂ ਜਿਹੜਾ ਸੂਫੀ ਮਤ ਦਾ ਸਕੂਲ ਚੱਲ ਰਿਹਾ ਸੀਗਾ ਉਹਦੀ ਗੁਰੂ ਘਰ ਨਾਲ ਜਾਂ ਸੀਗਾ ਗੁਰੂ ਨਾਨਕ ਦੇ ਪੰਥ ਦੇ ਨਾਲ ਬੜੀ ਨੇੜਤਾ ਸੀਗੀ, ਪਰੰਤੂ ਜਿਹੜਾ ਇੱਕ ਪੈਰਲਲ ਸੈਯਦ ਦਾ ਚੱਲ ਰਿਹਾ ਸੀਗਾ ਅਹਿਮਦ ਸ਼ਾਹ ਸਰਹੱਦੀ ਦਾ, ਉਹ ਬੜਾ ਕੱਟੜ ਸੀਗਾ। ਸੋ ਉਹਦਾ ਟਕਰਾਅ ਉਹਦੇ ਵਿੱਚੋਂ ਜਿਹੜਾ ਮੁਗਲ ਦਰਬਾਰ ਦੇ ਵਿੱਚੋਂ ਵੀ ਦੇਖਣ ਨੂੰ ਮਿਲਦਾ, ਸਟੇਟ ਦੇ ਵਿੱਚੋਂ ਵੀ ਹੈ, ਜਿਹਦੇ ਕਰਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੁੰਦੀ ਹੈ। ਔਰ ਉਹ ਸ਼ਹਾਦਤ ਦੇ ਕਾਰਨ ਵੀ ਉਹਨਾਂ ਨੇ ਜਹਾਂਗੀਰ ਨੇ ਆਪਣੀ ਜਿਹੜੀ ਪੁਸਤਕ ਹੈ, ਆਪਣੀ ਡਾਇਰੀ ਹੈ, ਉਹਦੇ ਵਿੱਚ ਦੱਸੇ ਹੋਏ ਆ, ਕਿਉਂਕਿ ਇਸ ਤਰ੍ਹਾਂ ਪ੍ਰਚਾਰਿਆ ਤੇ ਪ੍ਰਸਾਰਿਆ ਗਿਆ ਸੀ, ਉਹਨਾਂ ਤਾਂ ਮੈਂ ਪਰੋਸਿਆ ਗਿਆ ਸੀ ਕਿ ਜਿਹੜੀ ਝੂਠ ਦੀ ਦੁਕਾਨ ਹੈ, ਉਹਨਾਂ ਨੇ ਉਸ ਸਮੇਂ ਸਿੱਖ ਪੰਥ ਦੇ ਜਿਹੜੇ ਚੱਲ ਰਿਹਾ ਸੀਗਾ, ਕੇਂਦਰ ਚੱਲ ਰਿਹਾ ਸੀਗਾ, ਉਸ ਨੂੰ ਗੋਇੰਦਵਾਲ ਦੇ ਵਿੱਚ ਉਸ ਨੂੰ ਝੂਠ ਦੀ ਦੁਕਾਨ ਕਹਿ ਕੇ ਉਹਨੂੰ ਕਿਹਾ ਕਿ ਬੰਦ ਕਰਨ ਦੇ ਵਿੱਚ ਮੇਰਾ ਬਹੁਤ ਚਿਰ ਤੋਂ ਮੈਨੂੰ ਇਹਦੇ ਮੇਰੇ ਮਨ ਦੇ ਵਿੱਚ ਸੀ, ਪਰ ਕੋਈ ਬਹਾਨਾ ਨਹੀਂ ਸੀ ਮਿਲ ਰਿਹਾ। ਸੋ ਉਹ ਸਾਰਾ ਟਕਰਾਅ ਵੀ ਪਿਛੋਕੜ ਦੇ ਵਿੱਚ ਸੀ, ਪਰੰਤੂ ਇਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਜੰਗ ਹੋਏ, ਟਕਰਾਅ ਹੋਇਆ ਸਟੇਟ ਦੇ ਨਾਲ, ਪਰ ਗੁਰੂ ਸਾਹਿਬ ਜੀ ਨੇ ਕਿਤੇ ਵੀ ਆਪਣੀ ਜਿਹੜੀ ਹੈ ਉਹ ਸਰਕਾਰ ਸਥਾਪਿਤ ਨਹੀਂ ਕੀਤੀ, ਉਹ ਆਪਣਾ ਕਬਜ਼ਾ ਕਾਇਮ ਰੱਖਣ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ। ਉਹਨਾਂ ਦਾ ਜਿਹੜਾ ਜੰਗ ਹੈ ਉਹਦੇ ਵੀ ਖਾਸ ਜਿਹੜੇ ਇੱਕ ਸੰਦੇਸ਼ ਨੇ ਕਿ ਉਹਨਾਂ ਦਾ ਜਿਹੜਾ ਮਨੋਰਥ ਦੁਨੀਆ ਦੇ ਉੱਤੇ ਕਿਸੇ ਧਰਤੀ ਦੇ ਟੁਕੜੇ ਦੇ ਉੱਤੇ ਕਬਜ਼ਾ ਕਰਕੇ ਉੱਥੇ ਨਹੀਂ, ਸਗੋਂ ਕਿ ਜਿਹੜਾ ਪੰਥ ਦਾ ਪ੍ਰਚਾਰ ਤੇ ਪ੍ਰਸਾਰ ਹੈ ਉਹਦੇ ਵਾਸਤੇ ਹੈ, ਉਹ ਕਲਿਆਣ ਵਾਸਤੇ, ਮਨੁੱਖਤਾ ਦੇ ਕਲਿਆਣ ਵਾਸਤੇ ਉਹਨਾਂ ਦੇ ਜਿਹੜੇ ਸਾਰੇ ਜੰਗਾਂ ਨੇ ਉਹਨਾਂ ਵੀ। ਤੇ ਇਸ ਗੁਰੂ ਸਾਹਿਬ ਜੀ ਦੀ ਜਦੋਂ ਅਸੀਂ ਗੁਰੂ ਹਰ ਰਾਏ ਜੀ ਦੀ ਗੱਲ ਕਰਦੇ ਹਾਂ, ਤੇ ਇਸ ਸਮੇਂ ਵੀ ਗੁਰੂ ਸਾਹਿਬ ਜੀ ਹਰ ਰਾਏ ਜੀ ਦੇ ਕੋਲ 2200 ਘੋੜਸਵਾਰਾਂ ਦੀ ਵੱਡੀ ਫੌਜ ਵੀ ਹੈ, ਪਰੰਤੂ ਉਹ ਜਿਹੜਾ ਸ਼ਾਂਤੀ ਦਾ ਸਮਾਂ ਆ ਉਹਦੇ ਵਿੱਚ ਧਰਮ ਦੇ ਵੱਡੇ ਕਾਰਜ ਕੀਤੇ ਜਾਂਦੇ ਆ। ਸੋ ਉਹ ਇੱਕ ਖਾਸ ਕਿਸਮ ਦਾ ਅਸੀਂ ਕਹਿੰਦੇ ਹਾਂ ਕਿ ਗੁਰੂ ਸਾਹਿਬ ਜੀ ਦੀ ਉਹ ਦੇਣ ਹੈਗੀ ਆ। ਪਰਿਵਾਰ ਦੇ ਵਿੱਚ ਵੀ ਪ੍ਰਿਥਵੀ ਤੋਂ ਲੈ ਕੇ ਉਹ ਜਿਹੜਾ ਸਾਰਾ ਇੱਕ ਚੱਲਿਆ ਆ ਰਿਹਾ ਪਿੱਛੇ, ਤੇ ਉਹ ਜਿਹੜਾ ਕੇਂਦਰ ਹੈ ਉਹ ਅੰਮ੍ਰਿਤਸਰ ਤੋਂ ਤਬਦੀਲ ਹੋ ਕੇ ਉਹ ਕੀਰਤਪੁਰ ਆ ਜਾਂਦਾ ਆ। ਤਾਂ ਕੀਰਤਪੁਰ ਸਿੱਖੀ ਦਾ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਸਿੱਖ ਸਰਗਰਮੀਆਂ ਦਾ ਵੱਡਾ ਕੇਂਦਰ ਬਣ ਜਾਂਦਾ ਆ। ਉਹਦਾ ਅਸੀਂ ਧਿਆਨ ਰੱਖ ਸਕਦੇ ਹਾਂ ਇਸ ਸਾਰੇ ਸਮਝਣ ਵਿੱਚ। ਜੇ ਗੱਲ ਕਰੀਏ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਜੀਵਨ ਕਾਲ ਦੀ, ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਜੀ। ਸੰਨ 1630 ਈਸਵੀ ਦੇ ਵਿੱਚ ਉਹਨਾਂ ਦਾ ਜਿਹੜਾ ਪ੍ਰਕਾਸ਼ ਪੁਰਬ ਹੈ, ਅਤੇ 1661 ਈਸਵੀ ਵਿੱਚ ਉਹ ਜੋਤੀ ਜੋਤ ਸਮਾਉਂਦੇ ਨੇ। ਜਿਹੜਾ ਗੁਰੂ ਮਹਾਰਾਜ ਦਾ ਪ੍ਰਕਾਸ਼ ਗੁਰਦੁਆਰਾ ਸ਼ੀਸ਼ ਮਹਿਲ ਕੀਰਤਪੁਰ ਸਾਹਿਬ, ਜਿਹੜਾ ਕਿ ਮੌਜੂਦਾ ਸਮੇਂ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਅੰਤਰਗਤ ਉੱਥੇ ਹੁੰਦਾ ਹੈ। ਪਿਤਾ ਜੀ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਜੀ ਸ਼੍ਰੀ ਮਾਤਾ ਨਿਹਾਲ ਕੌਰ ਜੀ, ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਬੀਬੀ ਅਨੰਤੀ, ਮਾਤਾ ਅਨੰਤੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਜੇਕਰ ਗੁਰੂ ਮਹਾਰਾਜ ਦੇ ਗ੍ਰਹਿਸਥੀ ਜੀਵਨ ਦੀ ਗੱਲ ਕੀਤੀ ਜਾਵੇ, ਗੁਰੂ ਮਹਾਰਾਜ ਦੇ ਪਰਿਵਾਰ ਦੇ ਵਿੱਚ ਗ੍ਰਹਿਸਥੀ ਜੀਵਨ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਕਿਸ਼ਨ ਕੌਰ ਜੀ, ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਸੁਲੱਖਣੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਮਾਤਾ ਸੁਲੱਖਣੀ ਜੀ। ਜੇਕਰ ਸੰਤਾਨ ਦੀ ਗੱਲ ਕਰੀਏ, ਗੁਰੂ ਮਹਾਰਾਜ ਦੇ ਘਰ 2 ਸਪੁੱਤਰ ਪੈਦਾ ਹੁੰਦੇ ਨੇ। ਇੱਕ ਉਹਨਾਂ ਦੇ ਵੱਡੇ ਸਪੁੱਤਰ ਦਾ ਨਾਮ ਰਾਮ ਰਾਏ ਜੀ, ਅਤੇ ਛੋਟੇ ਜਿਹੜੇ ਸਪੁੱਤਰ ਹੈ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ। ਡਾਕਟਰ ਹਰਜਿੰਦਰ ਸਿੰਘ ਦਲਗੀਰ ਦੱਸਦੇ ਨੇ ਕਿ ਗੁਰੂ ਮਹਾਰਾਜ ਦਾ ਜਿਹੜਾ ਜੀਵਨ ਕਾਲ ਹੈ ਉਹਦੇ ਵਿੱਚ ਉਹਨਾਂ ਦੀ ਲਗਭਗ ਕੁੱਲ ਉਮਰ 31 ਸਾਲ ਅਤੇ 5 ਮਹੀਨੇ ਨੇ, ਅਤੇ ਗੁਰਗੱਦੀ ਦੀ ਜਿਹੜਾ ਸੇਵਾ ਕੀਤੀ ਹੈ ਗੁਰੂ ਮਹਾਰਾਜ ਨੇ ਉਹ 17 ਸਾਲ ਅਤੇ 7 ਮਹੀਨੇ ਦੀ ਕੀਤੀ ਹੈ। ਵੱਖ-ਵੱਖ ਜਿਹੜੇ ਸਾਡੇ ਕੋਲ ਸਰੋਤ ਹੈ ਸਾਡੇ, ਅਸੀਂ ਬੜੇ ਧੰਨਵਾਦ ਕਰਦੇ ਹਾਂ ਉਹਨਾਂ ਮਹਾਨ ਪੁਰਸ਼ਾਂ ਦਾ, ਉਹਨਾਂ ਸਿੱਖ ਪੰਥ ਦੀਆਂ ਰੂਹਾਂ ਦਾ, ਜਿਵੇਂ ਰਤਨ ਸਿੰਘ ਭੰਗੂ ਜੀ ਸ਼ਹੀਦ ਭਾਈ ਸਾਹਿਬ, ਜਾਂ ਗੱਲ ਕਰੀਏ ਗਿਆਨੀ ਗਿਆਨ ਸਿੰਘ ਜੀ, ਜਿਨ੍ਹਾਂ ਦੇ ਬਦੌਲਤ ਡਾਕਟਰ ਸਾਹਿਬ ਸਾਨੂੰ ਸਿੱਖ ਇਤਿਹਾਸ ਦੇ ਜਿਹੜੇ ਸਰੋਤ ਆ ਉਹ ਵੱਡੇ ਰੂਪ ਦੇ ਵਿੱਚ ਮਿਲਦੇ ਨੇ। ਜੇ ਗੱਲ ਕਰੀਏ ਰਤਨ ਸਿੰਘ ਭੰਗੂ ਸ਼ਹੀਦ ਜੀ ਦੀ, ਉਹਨਾਂ ਦੀ ਜਿਹੜੀ ਲਿਖਤ ਹੈ ਸ਼੍ਰੀ ਗੁਰੂ ਪੰਥ ਪ੍ਰਕਾਸ਼, ਉਹਦੇ ਵਿੱਚ ਦੋਹਰਾ ਜਿਹਦੇ ਵਿੱਚ ਯਾਦ ਕਰਦੇ ਨੇ ਉਹ, ਫਿਰ ਹਰ ਰਾਏ ਔਰ ਹਰ ਕ੍ਰਿਸ਼ਨ ਪਏ ਤੇ ਮੈਂ ਗੁਰਦੇਵ, ਇੱਛਾ ਪੂਰੈ ਸਿੱਖਣ ਕੀ ਸਿੱਖ ਕਹੈ ਗੁਰਦੇਵ। ਇਸ ਤੋਂ ਇਲਾਵਾ ਅਸੀਂ ਹੋਰ ਪੱਖਾਂ 'ਤੇ ਵੀ ਗੱਲ ਕਰਾਂਗੇ। ਸਾਨੂੰ ਜਿਹੜੀਆਂ ਗੁਰੂ ਮਹਾਰਾਜ ਦੇ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ, ਸਾਖੀਆਂ, ਪੰਥ ਪ੍ਰਕਾਸ਼, ਤਵਾਰੀਖ ਗੁਰੂ ਖਾਲਸਾ ਦੇ ਵਿੱਚ ਗਿਆਨੀ ਗਿਆਨ ਸਿੰਘ ਦੇ ਜਿਹੜੀਆਂ ਲਿਖਤਾਂ, ਉਹਨਾਂ 'ਤੇ ਵੀ ਅਸੀਂ ਗੱਲ ਕਰਾਂਗੇ। ਡਾਕਟਰ ਸਾਹਿਬ ਤੋਂ ਜਾਣ ਲੈਂਦੇ ਹਾਂ ਕਿ ਡਾਕਟਰ ਸਾਹਿਬ ਜਿਹੜੇ ਗੁਰੂ ਮਹਾਰਾਜ ਦੇ ਸ਼ਖਸੀਅਤ ਹੈ, ਸਮਾਜਿਕ ਤੌਰ 'ਤੇ ਜਾਂ ਧਾਰਮਿਕ ਤੌਰ 'ਤੇ, ਅਧਿਆਤਮਿਕ ਤੌਰ 'ਤੇ, ਉਹਨਾਂ ਦੀ ਸ਼ਖਸੀਅਤ ਨੂੰ ਤੁਸੀਂ ਕਿਵੇਂ, ਉਹਨਾਂ ਦੇ ਜਿਹੜੇ ਸਦਗੁਣ ਨੇ ਉਹਨਾਂ ਦੇ ਵਿੱਚ ਕਿਵੇਂ ਪੇਸ਼ ਕਰੋਗੇ ਜੀ? ਬਾਲਾ ਸਾਹਿਬ ਜੀ, ਜਿਹੜੀ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਹੈ ਉਹ ਸ਼ਖਸੀਅਤ ਐਡੀ ਵੱਡੀ ਹੁੰਦੀ ਹੈ
ਜਿਹਦੇ ਅਸੀਂ ਪਹਿਲਾਂ ਵੀ ਹਵਾਲੇ ਆਉਂਦਾ ਤੁਸੀਂ ਜ਼ਿਕਰ ਕੀਤਾ ਸਿੱਖ ਧਰਮ ਦੇ ਜਿਹੜੇ ਇਤਿਹਾਸਿਕ ਸਰੋਤ ਗ੍ਰੰਥ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਜ਼ਿਕਰ ਕਰ ਚੁੱਕੇ ਹੋ ਪਹਿਲਾਂ, ਭਾਵੇਂ ਉਹ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਹੈ ਜਾਂ ਗਿਆਨੀ ਗਿਆਨ ਸਿੰਘ ਤਵਾਰੀ ਗੁਰੂ ਖਾਲਸਾ ਹੈ ਜਿਹਨੂੰ ਸੂਰਜ ਪ੍ਰਕਾਸ਼ ਗ੍ਰੰਥ ਦੇ ਨਾਲ ਵੀ ਜਾਣਿਆ ਜਾਂਦਾ ਤੇ ਸੰਤੋਖ ਸਿੰਘ ਦਾ ਵੀ ਸਾਡੇ ਸਾਹਮਣੇ ਹੈਗਾ ਆ। ਇਹ ਸਾਰਾ ਕੁਝ ਸਾਡੇ ਗੁਰਪ੍ਰਤਾਪ ਸੂਰਜ ਗ੍ਰੰਥ ਵੀ ਸਾਡੇ ਨਾਲ ਹੈ। ਸੋ ਇਹਨਾਂ ਦੇ ਵਿੱਚ ਜਿਹੜਾ ਆ ਉਸ ਸਮੇਂ ਦੇ ਜਿਹੜੇ ਗ੍ਰੰਥ ਨੇ, ਜਿਹੜਾ ਰੁਝਾਨ ਸੀਗਾ ਅਵਤਾਰੀ ਪੁਰਸ਼ਾਂ ਨੂੰ ਬਿਆਨ ਕਰਨ ਦਾ, ਉਹਦੇ ਵਿੱਚ ਉਸ ਸਮੇਂ ਇਹ ਪ੍ਰਚਲਿਤ ਹੀ ਸੀਗਾ ਕਿ ਜਿਹੜੇ ਗੁਰੂ ਉਪਮਾ ਦੇ ਤੱਤ ਨੇ ਜਾਂ ਉਹ ਉਹਨਾਂ ਦੀ ਹੁੰਦੀ ਸੀਗੀ, ਉਹਨਾਂ ਦੇ ਵਿੱਚ ਤਿੱਥਾਂ ਵਾਰਾਂ ਜਾਂ ਜਿਹੜੀਆਂ ਚੀਜ਼ਾਂ ਨੇ ਉਹ ਸੈਕੰਡਰੀ ਹੁੰਦੀਆਂ ਸੀਗੀਆਂ ਤੇ ਮੇਨ ਗੁਰੂ ਸਾਹਿਬ ਜੀ ਦੀ ਜਿਹੜੀ ਉਪਮਾ ਕਰਨੀ ਹੈਗੀ ਆ ਉਹਦਾ ਜਿਹੜਾ ਆ ਪੱਖ ਲਿਆ ਜਾਂਦਾ ਸੀਗਾ, ਉਹੀ ਸਾਡੇ ਸਾਹਮਣੇ ਆਉਂਦਾ ਹੈਗਾ। ਔਰ ਗੁਰੂ ਸਾਹਿਬ ਦੀ ਸ਼ਖਸੀਅਤ ਐਡੀ ਵੱਡੀ ਹੈ ਕਿ ਉਹਨੂੰ ਬਿਆਨ ਕਰਨ ਵਾਸਤੇ ਤੁਹਾਡੀ ਜਿਹੜੀ ਦ੍ਰਿਸ਼ਟੀ ਹੈ ਉਹ ਤ੍ਰੈਕਾਲੀ ਹੋਣੀ ਚਾਹੀਦੀ ਆ। ਇਹ ਜਿਹੜੀ ਮਨੁੱਖੀ ਕੈਲਕੂਲੇਸ਼ਨ ਹੁੰਦੀ ਹੈ ਇੱਕ ਸਮੇਂ 'ਚ ਰਹਿ ਕੇ ਅਸੀਂ ਕਰਦੇ ਹਾਂ, ਅੱਜ ਮੰਨ ਲਓ ਅੱਜ ਜਿਹੜਾ ਸਾਡੇ ਸਮਾਂ ਆ ਸਾਡੇ ਕੋਲ, ਅਸੀਂ ਉਹਦੇ ਵਿੱਚ ਰਹਿ ਕੇ ਕਰਦੇ ਹਾਂ ਤੇ ਉਹ ਹਮੇਸ਼ਾ ਅਧੂਰੀ ਰਹੇਗੀ। ਇੱਕ ਪੱਖ ਅਸੀਂ, ਕਿਉਂਕਿ ਮਨੁੱਖ ਜਿਵੇਂ ਜਿਵੇਂ ਇੱਕ ਉਹਦੇ ਨਾਲ ਅਲੰਕਾਰ ਲਾਏਗਾ, ਹੋਰ ਚੀਜ਼ਾਂ ਲਾਏਗਾ, ਐਕਚੁਅਲੀ ਸਾਨੂੰ ਲੱਗਦਾ ਕਿ ਅਸੀਂ ਉਹਨਾਂ ਨੂੰ ਦਾ ਕੱਦ ਵਧਾ ਰਹੇ ਹਾਂ, ਐਕਚੁਅਲੀ ਹੁੰਦਾ ਉਹਦੇ ਉਲਟ ਹੈਗਾ ਆ। ਤਾਂ ਗੁਰੂ ਸਾਹਿਬ ਜੀ ਦੀ ਜਿਹੜੀ ਸ਼ਖਸੀਅਤ ਹੈ ਉਹ ਅਸੀਂ ਕਿਸੇ ਇੱਕ ਐਂਗਲ ਤੋਂ ਦੇਖਦੇ ਹਾਂ ਤੇ ਉਹਦੇ ਤੇ ਸਾਨੂੰ ਲੱਗਦਾ ਕਿ ਅਸੀਂ ਉਹਦਾ ਵੀ ਨਾਲ ਇਨਸਾਫ ਨਹੀਂ ਕਰ ਸਕੇ। ਇਹ ਜਿਹੜੇ ਅਵਤਾਰੀ ਪੁਰਸ਼ ਜਿਨ੍ਹਾਂ ਨੂੰ ਕਿਹਾ ਜਾਂਦਾ ਆ, ਇਹ ਬਹੁਤ ਵੱਡੀ ਜਿਹੜੀ ਜੋਤ ਹੁੰਦੀ ਹੈ, ਇਹ ਗੁਰੂ ਦੀ ਜੋਤ ਹੈਗੀ ਆ। ਇਹਦੇ ਵਿੱਚ ਜਿਹੜਾ ਗੁਰੂ ਦਾ ਉਹ ਕ੍ਰਿਸ਼ਮਾ ਹੈਗਾ ਆ, ਉਹਨੂੰ ਫੜ ਪਾਉਣਾ ਮਨੁੱਖੀ ਬੁੱਧੀ ਦੇ ਵੱਸ ਦੀ ਗੱਲ ਨਹੀਂ ਹੁੰਦੀ। ਸੋ ਇਸ ਕਰਕੇ ਅਸੀਂ ਜਿਹੜੇ ਵੀ ਪੱਖ ਤੋਂ ਉਹਨਾਂ ਦੇ ਗੱਲ ਕਰਦੇ ਆ, ਉਹ ਕਿਰਪਾਲੂ ਹੈ, ਉਹ ਦਿਆਲੂ ਹੈ, ਉਹਦੇ ਪੱਖਾਂ ਨੂੰ ਅਸੀਂ ਉਹਦੇ ਨਾਲ ਦੇ ਜੀਵਨ ਦੇ ਛੋਟੇ ਛੋਟੇ ਜਿਹੜੇ ਕ੍ਰਿਸ਼ਮੇ ਆ ਜਾਂ ਸਾਖੀਆਂ ਦੇ ਰੂਪ ਸਾਡੇ ਕੋਲ ਆਏ ਆ। ਇਹ ਗੁਰੂ ਸਾਹਿਬ ਜੀ ਤੋਂ ਸਾਡਾ ਇੱਕ ਹੋਰ ਵੀ ਹੈ ਕਿ ਹੁਕਮਨਾਮੇ ਵੀ ਇਹ ਜਿਹੜੇ ਆ ਸਾਡੇ ਤੱਕ ਜਿਹੜੇ ਲਿਖਤੀ ਰੂਪ ਵਿੱਚ ਜਿਹੜੇ ਸਾਡੇ ਤੱਕ ਪਹੁੰਚਦੇ ਆ, ਉਹ ਗੁਰੂ ਹਰ ਰਾਏ ਜੀ ਤੋਂ ਹੀ ਸ਼ੁਰੂਆਤ ਹੁੰਦੀ ਆ ਉਹਨਾਂ ਦੀ। ਸੋ ਇਹਨਾਂ ਦਾ ਜਿਹੜਾ ਸਾਡੇ ਸਰੋਤ ਗ੍ਰੰਥਾਂ ਵਿੱਚ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਮੀਲ ਪੱਥਰ ਸਾਬਤ ਹੁੰਦੇ ਆ। ਸੋ ਉਹਨਾਂ ਦੇ ਜਿਸ ਤਰ੍ਹਾਂ ਦੇ ਜੀਵਨ ਦੇ ਵਿੱਚ ਵੱਖ-ਵੱਖ ਪੱਖ ਨੇ ਜਿਹਨੂੰ ਅਸੀਂ ਵੱਖ-ਵੱਖ ਸਾਖੀਆਂ ਰਾਹੀਂ ਪੜ੍ਹਦੇ ਹਾਂ, ਭਾਵੇਂ ਉਹ ਫੁੱਲ ਬਾਗ ਦੇ ਸੰਬੰਧ 'ਚ ਹੋਵੇ, ਵਾਤਾਵਰਨ ਦੇ ਸੰਬੰਧ 'ਚ ਹੋਵੇ, ਕੋਈ ਉਹਨਾਂ ਦੇ ਦਰ ਤੇ ਆਇਆ ਫਰਿਆਦੀ ਆਇਆ, ਉਹਨੂੰ ਉਹਦੇ ਨਾਲ ਡੀਲ ਕਰਨ ਦਾ ਜਿਹੜਾ ਤਰੀਕਾ ਜਾਂ ਢੰਗ ਹੋਵੇ। ਗੁਰੂ ਸਾਹਿਬ ਜੀ ਦੀ ਜਿਹੜੀ ਬਖਸ਼ਿਸ਼ਾਂ ਦੇ ਭੰਡਾਰ ਨੇ, ਉਹ ਜਿਹੜੀ ਕਿਰਪਾਲੂ ਦ੍ਰਿਸ਼ਟੀ ਆ ਉਹਨਾਂ ਦੀ, ਉਹ ਉਹਨਾਂ ਦੀ ਹਰ ਸਾਖੀ ਦੇ ਵਿੱਚੋਂ, ਹਰ ਉਹਨਾਂ ਦੇ ਹੁਕਮਨਾਮੇ ਦੇ ਵਿੱਚੋਂ, ਹਰ ਜਿਹੜੀ ਉਸ ਸਮੇਂ ਦੇ ਜਿਹੜਾ ਵੀ ਕਲਮਬੰਦ ਕੀਤਾ ਹੈਗਾ ਆ, ਉਹਦੇ ਭਾਵੇਂ ਵਾਰਾਂ ਦੇ ਰੂਪ ਵਿੱਚ, ਕਿਉਂਕਿ ਇਸ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੇ ਵਾਰਾਂ ਜਿਹੜੀ ਸਿੱਖੀ ਘਰ ਵਿੱਚ ਪ੍ਰਵੇਸ਼ ਕਰ ਗਈਆਂ ਸੀ ਢਾਡੀ ਦਰਬਾਰ ਦੇ ਰਾਹੀਂ। ਤੇ ਭਾਵੇਂ ਨੱਥੇ ਅਬਦੁੱਲੇ ਨੇ ਉਹਦੀ ਸ਼ੁਰੂਆਤ ਕੀਤੀ ਸੀ, ਪਰੰਤੂ ਉਹ ਸਿੱਖ ਜਿਹੜਾ ਗੁਰੂ ਦਰਬਾਰ ਹੈ ਉਹਦੇ ਵਿੱਚ ਇੱਕ ਅਟੁੱਟ ਅੰਗ ਬਣ ਚੁੱਕੀਆਂ ਸੀ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ। ਸੋ ਉਹਨਾਂ ਦੇ ਰਾਹੀਂ ਵੀ ਸਾਡੇ ਕੋਲ ਬਹੁਤ ਸਾਰਾ ਜਿਹੜਾ ਆ ਸਿੱਖ ਸਾਹਿਤ ਹੈ ਉਹਦੇ ਵਿੱਚ ਉਹਨਾਂ ਦੇ ਭੰਡਾਰੇ ਭਰਪੂਰ ਹੋਏ ਹੈ। ਔਰ ਸਾਨੂੰ ਗੁਰੂ ਸਾਹਿਬ ਜੀ ਦੀ ਜਿਹੜੀ ਸ਼ਖਸੀਅਤ ਹੈ, ਬਹੁਪੱਖੀ ਸ਼ਖਸੀਅਤ ਹੈ, ਉਹ ਜਿਹੜੀ ਆ ਉਹਨੂੰ ਸਮਝਣ ਵਿੱਚ ਉਹ ਸਾਡੀ ਬਹੁਤ ਸਾਰੀ ਮਦਦ ਹੁੰਦੀ ਹੈ। ਜੀ ਡਾਕਟਰ ਸਾਹਿਬ, ਜੇ ਗੱਲ ਕੀਤੀ ਜਾਵੇ ਜਿਵੇਂ ਗੁਰਸਿੱਖੀ ਜਾਂ ਸਿੱਖੀ ਸਿਧਾਂਤ ਦੀ ਆਪਾਂ ਗੱਲ ਕਰ ਰਹੇ ਹਾਂ, ਸਿੱਖੀ ਸਿਧਾਂਤ ਦੇ ਵਿੱਚ ਇੱਕ ਜਿਹੜਾ ਮਰਿਆਦਾ ਜਿਹੜੀ ਕਾਇਮ ਰੱਖਣੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ। ਚਰਿੱਤਰ ਪੱਖੋਂ, ਅਸੂਲਾਂ ਦੇ ਜਿਹੜਾ ਪੱਖੋਂ, ਜਿਹੜਾ ਇੱਕ ਸੱਚਾਈ ਦੇ ਪੱਖੋਂ ਆਦਿਕ ਜਿਹੜੇ ਗੁਣ ਆ ਉਹਨਾਂ ਨੂੰ ਧਾਰਨ ਕਰਨਾ ਗੁਰਮਤਿ ਮਰਿਆਦਾ ਵਿੱਚ ਬਹੁਤ ਜ਼ਿਆਦਾ ਲਾਜ਼ਮੀ ਹੋ ਜਾਂਦਾ। ਜੇ ਗੱਲ ਕੀਤੀ ਜਾਵੇ ਗੁਰੂ ਮਹਾਰਾਜ ਦੇ ਜੀਵਨ ਕਾਲ ਦੀ, ਗੁਰੂ ਮਹਾਰਾਜ ਦਾਨ ਦੇ, ਇਸ਼ਨਾਨ ਦੇ ਅਤੇ ਨਿਤਨੇਮ ਦੇ ਬੜੇ ਪਰਪੱਕ ਜਿਹੜੇ ਆਪਣੀ ਸੰਗਤ ਨੂੰ ਉਪਦੇਸ਼ ਦਿੰਦੇ ਸੀ। ਆਪ ਤਾਂ ਸਰੀਰਕ ਰੂਪ ਦੇ ਵਿੱਚ ਭਾਵੇਂ ਉਹ ਪ੍ਰੈਕਟੀਕਲ ਸਾਰਾ ਕੁਝ ਜਿਵੇਂ ਸਾਨੂੰ ਸਮਝਾਉਣ ਲਈ ਕਰਦੇ ਹੀ ਨੇ ਗੁਰੂ ਮਹਾਰਾਜ, ਨਾਲ ਦੀ ਨਾਲ ਇੱਕ ਮੈਂ ਭਾਈ ਗੁਰਦਾਸ ਜੀ ਦੀ ਵਾਰ ਦਾ ਜ਼ਿਕਰ ਕਰਨਾ ਚਾਹਾਂਗਾ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਗੁਰੂ ਮਹਾਰਾਜ ਉਸ ਵਾਰ ਆ ਜਿਹੜੀ ਭਾਈ ਗੁਰਦਾਸ ਜੀ ਦੀ ਵਾਰ ਨੂੰ ਆਪਣੇ ਸਿੱਖਾਂ ਨੂੰ ਸੁਣਾਉਂਦੇ ਸੀ ਬੜੇ ਪ੍ਰੇਮ ਦੇ ਨਾਲ। ਅਤੇ ਉਸ ਵਾਰ ਦੇ ਉੱਪਰ ਗੁਰਬਾਣੀ ਦੀਆਂ ਜਿਹੜੀਆਂ ਭਾਈ ਗੁਰਦਾਸ ਜੀ ਦੀਆਂ ਪੰਕਤੀਆਂ ਉਹਦੇ ਉੱਪਰ ਚੱਲਣ ਲਈ ਆਖਦੇ ਸੀ। ਅਸੀਂ ਉਸ ਵਾਰ ਦੀ ਤੁਹਾਡੇ ਨਾਲ ਕੁਝ ਪੰਕਤੀਆਂ ਸਾਂਝੀਆਂ ਕਰਦੇ ਹਾਂ ਡਾਕਟਰ ਸਾਹਿਬ। ਉਸ 'ਤੇ ਫਿਰ ਮੌਜੂਦਾ ਸਮੇਂ ਦੇ ਵਿੱਚ ਵੀ ਜਿਹੜੀ ਗੱਲ ਅੱਜ ਰਹਿਣੀ ਬਹਿਣੀ ਜਿਹੜੀ ਗੁਰਸਿੱਖਾਂ ਦੀ ਮਰਿਆਦਾ, ਉਸ 'ਤੇ ਵੀ ਇਸ ਦੇ ਸੰਬੰਧ ਵਿੱਚ ਗੱਲ ਅਸੀਂ ਕਰਾਂਗੇ।
ਉਸ ਵਾਰ ਦੀਆਂ ਜਿਹੜੀਆਂ ਪੰਕਤੀਆਂ ਇਸ ਪ੍ਰਕਾਰ ਨੇ। ਪਿਛਲੇ ਰਾਤੀ ਜਾਗਣਾ, ਨਾਮਦਾਨ ਇਸ਼ਨਾਨ ਦਿੜਾਏ, ਮਿੱਠਾ ਬੋਲਣ ਨਿਵ ਚੱਲਣ, ਹੱਥੋਂ ਦੇ ਕੈ ਭਲਾ ਮਨਾਏ। ਥੋੜਾ ਸਵਣਾ ਖਾਵਣਾ, ਥੋੜਾ ਬੋਲਣ ਗੁਰਮਤਿ ਪਾਏ। ਘਾਲ ਖਾਏ ਸੁਕ੍ਰਿਤ ਕਰੇ, ਵੱਡਾ ਹੋਏ ਨਾ ਆਪ ਗਣਾਏ। ਸਾਧ ਸੰਗਤ ਮਿਲ ਗਾਵਦੇ, ਰਾਤ ਦੇਹੈ ਨਿਤ ਚਲ ਚਲ ਜਾਏ। ਸ਼ਬਦ ਸੁਰਤ ਪਰਚਾ ਕਰੈ, ਸਤਿਗੁਰ ਪਰਚਾ ਮਨ ਪਰਚਾਏ। ਆਸਾ ਵਿੱਚ ਨਿਰਾਸ਼ ਬੁਲਾਏ। ਜੀ ਡਾਕਟਰ ਸਾਹਿਬ, ਇਹ ਜਿਹੜੀ ਵਾਰ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਐਕਚੁਅਲੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਚਿਤਰਿਆ ਹੋਇਆ ਗੁਰਸਿੱਖ ਹੈ ਜਾਂ ਸਚਾਰ ਮਨੁੱਖ ਹੈ ਜਾਂ ਗੁਰਮੁਖ ਦੇ ਰੂਪ ਵਿੱਚ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਮਿਲਦਾ ਆ। ਇਹ ਸਾਰੇ ਉਹਦੇ ਗੁਣ ਨੇ ਜਿਹੜੇ ਗੁਰੂ ਇਹ ਭਾਈ ਗੁਰਦਾਸ ਜੀ ਨੇ ਇੱਕ ਸ਼ਖਸੀਅਤ ਦੇ ਵਿੱਚ, ਗੁਰੂ ਦੀ ਸ਼ਖਸੀਅਤ ਦੇ ਵਿੱਚ ਦੇਖਣ ਦਾ ਯਤਨ ਕੀਤਾ ਹੈ ਜਾਂ ਬਿਆਨਣ ਦਾ ਯਤਨ ਕੀਤਾ ਆ। ਉਹ ਭਾਵੇਂ ਉਹਨਾਂ ਦੀ ਰਹਿਣੀ ਬਹਿਣੀ ਹੋਵੇ, ਕਿਉਂਕਿ ਸਿੱਖ ਜਿਹੜੀ ਸਿੱਖ ਦੇ ਵਿੱਚ ਰਹਿਤ ਮਰਿਆਦਾ ਆ ਉਹ ਪੰਥ ਲਈ ਬਹੁਤ ਜ਼ਰੂਰੀ ਹੁੰਦੀ ਆ। ਉਹਦੇ ਅਮਲੀ ਰੂਪ ਦੇ ਵਿੱਚ, ਉਹਨਾਂ ਦੇ ਪ੍ਰੈਕਟਿਸ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਆਉਂਦਾ ਹੈ। ਇੱਕ ਸਿੱਖ ਦਾ ਜੀਵਨ ਕੈਸਾ ਹੋਵੇ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿੱਚ ਵੱਖ-ਵੱਖ ਪੌੜੀਆਂ ਰਾਹੀਂ ਬਿਆਨ ਕੀਤਾ ਹੈਗਾ ਆ। ਉਹਦੀ ਅੱਗੇ ਜਿਹੜੀ ਵਿਆਖਿਆ ਆ ਭਾਈ ਗੁਰਦਾਸ ਦੀ ਵਾਰਾਂ ਦੇ ਰਾਹੀਂ, ਇਹਦੇ ਵਿੱਚੋਂ ਸਾਨੂੰ ਦ੍ਰਿਸ਼ਟੀਮਾਨ ਹੁੰਦੀ ਹੈ ਕਿ ਸਿੱਖ ਦਾ ਜੀਵਨ ਹੈ ਜਿਹੜਾ ਪਰਚਾ ਉਹਦਾ ਸ਼ਬਦ ਤੇ ਹੈ ਜੀ। ਸ਼ਬਦ ਗੁਰੂ ਹੈ ਜਿਹੜਾ ਉਹਦੇ ਵਾਸਤੇ ਇਹ ਮਹੱਤਵ ਰੱਖਦਾ ਹੈਗਾ ਆ। ਇਹਦੇ ਕਈ ਪੱਖ ਹੈ। ਗੁਰੂ ਸਾਹਿਬ, ਜੋ ਮੈਂ ਪਹਿਲਾਂ ਕਿਹਾ, ਅਸੀਂ ਉਹਨਾਂ ਦਾ ਭਾਵੇਂ ਇਸ਼ਨਾਨ ਦੀ ਮਰਿਆਦਾ ਹੋਵੇ, ਉੱਠਣ ਦੀ ਹੋਵੇ, ਉਹ ਖਾਣ ਪੀਣ ਦੀ ਸੰਜਮੀ ਜੀਵਨ ਦੀ ਹੋਵੇ ਕਿ ਮਨੁੱਖ ਨੇ ਇੱਕ ਸੰਤੋਖੀ ਜੀਵਨ ਕਿਸ ਤਰ੍ਹਾਂ ਬਤੀਤ ਕਰਨਾ ਆ। ਸਾਰਾ ਕੁਝ ਹੁੰਦਿਆਂ ਹੋਇਆਂ ਮਨੁੱਖ ਦਾ ਸੁਭਾਅ ਆ, ਜਦੋਂ ਉਹਨਾਂ ਕੋਲ ਪਦਾਰਥਾਂ ਦੀ ਭਰਮਾਰ ਹੁੰਦੀ ਹੈ, ਜਦੋਂ ਮਾਇਆ ਆਉਂਦੀ ਆ, ਤਾਂ ਮਾਇਆ ਦੇ ਨਾਲ ਬਹੁਤ ਸਾਰੇ ਸੰਗ ਦੋਸ਼ ਆਉਂਦੇ ਆ, ਉਹ ਆਪਣੇ ਨਾਲ ਲੈ ਕੇ ਆਉਂਦੀ ਹੈ। ਤੇ ਮਹਾਂਪੁਰਖਾਂ ਦੇ ਵਿੱਚ ਫਰਕ ਇਹ ਹੁੰਦਾ ਆ ਕਿ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਇੰਨਾ ਫਰਕ ਹੁੰਦਾ ਆ ਕਿ ਉਹ ਆਪਣੇ ਭਜਨ ਬੰਦਗੀ, ਆਪਣੀ ਸਿਮਰਤੀ, ਆਪਣੀ ਜਿਹੜੀ ਆ ਉਸ ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਕਿਰਪਾ ਦੇ ਨਾਲ ਉੱਥੇ ਕੰਟਰੋਲ ਕਰਦੇ ਆ। ਨਹੀਂ ਤਾਂ ਆਮ ਮਨੁੱਖ ਦੇ ਹੱਸ ਦੀ ਗੱਲ ਨਹੀਂ ਹੈਗੀ। ਜੇ ਉਹਨਾਂ ਕੋਲ 2200 ਉਸ ਸਮੇਂ ਘੋੜਸਵਾਰ ਦਾ ਸਾਰੇ ਇਤਿਹਾਸਕਾਰ ਜ਼ਿਕਰ ਕਰਦੇ ਆ, ਤਾਂ ਉਹਨਾਂ ਦੇ ਸਮੇਂ 2200 ਘੋੜਸਵਾਰ ਹੁੰਦਿਆਂ ਹੋਇਆਂ ਵੀ ਕਿਸੇ ਨਾਲ ਕੋਈ ਜੰਗ ਨਾ ਕਰਨਾ। ਮੇਰੇ ਪਿੱਛੇ 100 ਬੰਦੇ ਹੋਣ, 50 ਬੰਦੇ ਹੋਣ, ਮੇਰੇ 'ਚ ਈਗੋ ਆ ਜਾਂਦੀ ਹੈ, ਮੇਰੇ 'ਚ ਉਹ ਗੁਣ ਜਿਹੜੇ ਔਗਣ ਨੇ ਉਹ ਪ੍ਰਵੇਸ਼ ਕਰ ਜਾਂਦੇ ਆ। ਔਰ ਗੁਰੂ ਸਾਹਿਬ ਜੀ ਇਹ ਸਾਰੇ ਕਾਸੇ ਦੇ ਹੁੰਦਿਆਂ ਹੋਇਆਂ ਉਸ ਸ਼ਾਂਤਮਈ ਜੀਵਨ ਨੂੰ ਪ੍ਰਚਾਰ ਤੇ ਉਹਦੇ ਵਿੱਚ ਲੈ ਕੇ ਆਉਂਦੇ, ਅਮਲ ਦੇ ਵਿੱਚ ਲੈ ਕੇ ਆਉਂਦੇ ਆ। ਇਹ ਤਾਂ ਹੀ ਪੋਸੀਬਲ ਹੋਇਆ ਜੇ ਉਹਨਾਂ ਦੀ ਰਹਿਣੀ ਸਹਿਣੀ, ਜਿਹੜੀ ਭਾਈ ਗੁਰਦਾਸ ਜੀ ਨੇ ਜਿਹੜਾ ਜੀਵਨ ਦੇ ਗੁਣ ਕਹੇ ਹੈ, ਦੱਸਿਆ, ਤੇ ਉਹਨਾਂ ਦੇ ਧਾਰਨੀ ਸਨ। ਇਹ ਗੁਰੂ ਸਾਹਿਬ, ਗੁਰੂ ਹਰਿ ਰਾਏ ਜੀ ਦੇ ਜੀਵਨ ਵਿੱਚ ਕੁਛ ਵੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੋਂ ਬਾਹਰੀ ਕੁਛ ਨਹੀਂ ਹੈਗਾ। ਉਸ ਜੀਵਨ ਦਾ ਹੀ ਇੱਕ ਜਿਹੜਾ ਆ ਫਲਾਅ ਆ, ਉਹ ਪ੍ਰਗਟਾ ਆ, ਜਿਹੜਾ ਭਾਈ ਗੁਰਦਾਸ ਜੀ ਨੇ ਸਾਨੂੰ ਆਪਣੇ ਇਸ ਵਾਰ ਰਾਹੀਂ ਦੱਸਿਆ ਹੈ ਕਿ ਉਸ ਸਮੇਂ ਗੁਰੂ ਸਾਹਿਬ ਜੀ ਦੇ ਪੰਥ ਦਾ ਕੈਸਾ ਜੀਵਨ ਸੀ, ਕੈਸਾ ਸੰਤੋਖੀ ਜੀਵਨ ਸੀ, ਕੈਸੇ ਉਹਨਾਂ ਦੇ ਜਿਹੜੇ ਗਿਆਨ ਦੇ ਜਿਹੜੇ ਭੰਡਾਰੇ ਸੀਗੇ ਉਹ ਤੇ ਕੇਂਦਰਿਤ ਹੋ ਕੇ ਸਿੱਖ ਜਿਹੜਾ ਗਿਆਨ ਨਾਲ ਜਿਹੜੇ ਆ ਭਰਪੂਰ ਸਨ। ਤੇ ਉਹਨਾਂ ਉਹ ਜਿਹੜੇ ਹੋਰ ਮਨੁੱਖ ਦੀਆਂ ਕਮੀਆਂ ਆ ਉਹ ਤੋਂ ਪਾਰ ਸੀਗੇ। ਉਹ ਕਿਸ ਤਰ੍ਹਾਂ ਜਿਹੜਾ ਆ ਉਹ ਆਪਣੇ ਜੀਵਨ ਦੇ ਵਿੱਚ ਸਚਾਰ ਜੀਵਨ ਜਿਉ ਰਹੇ ਸੀਗੇ, ਉਹਦਾ ਦ੍ਰਿਸ਼ਟੀਮਾਨ ਸਰੂਪ ਜਿਹੜਾ ਆ ਇਸ ਵਾਰ ਦੇ ਵਿੱਚ ਦਿੱਤਾ ਆ, ਜਿਹਨੂੰ ਸਿੱਖਾਂ ਨੇ ਅੱਗੇ ਜਾ ਕੇ, ਸਿੱਖ ਪੰਥ ਨੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖ ਰਹਿਤ ਮਰਿਆਦਾ ਦੇ ਰੂਪ ਵਿੱਚ ਜਿਹੜਾ ਹੈ ਇਕੱਤਰ ਕੀਤਾ। ਅੱਜ ਤੱਕ ਉਹ ਅਕਾਲ ਤਖਤ ਤੋਂ ਪ੍ਰਵਾਨਿਤ ਰਹਿਤ ਮਰਿਆਦਾ ਜਿਹੜੀ ਹੈ ਇਸ ਵਾਰ ਨੂੰ ਧਿਆਨ 'ਚ ਰੱਖ ਕੇ, ਜਿਹੜੀ ਹੈ ਸਾਰੇ ਸਰੋਤਾਂ ਨੂੰ ਧਿਆਨ 'ਚ ਰੱਖ ਕੇ ਬਣਾਈ ਗਈ ਹੈ। ਜੀ ਜੀ, ਜਿਵੇਂ ਡਾਕਟਰ ਸਾਹਿਬ ਜੀ ਨੇ ਦੱਸਿਆ ਕਿ ਗੁਰੂ ਮਹਾਰਾਜ ਦੇ ਜਿਹੜੇ ਸਤਿਗੁਣ ਆ, ਉਹਨਾਂ ਦੇ ਵਿੱਚ ਜੇ ਦਿਆਲਤਾ ਦੀ ਗੱਲ ਕੀਤੀ ਜਾਵੇ, ਦਿਆਲਤਾ ਤੋਂ ਜੇ ਗੱਲ ਕੀਤੀ ਜਾਵੇ, ਜਿਸ ਦਿਨ ਗੁਰੂ ਮਹਾਰਾਜ ਜੀ ਨੇ ਗੁਰੂ ਨਾਨਕ ਦੇ ਘਰ ਦੀ ਗੁਰਗੱਦੀ ਦੀ ਸੇਵਾ ਸੰਭਾਲੀ ਹੈ, ਉਸ ਦਿਨ ਤੋਂ ਹੀ ਉਹ ਜਿਹੜੇ ਗੱਦੀ ਦੀ ਸੇਵਾ ਦੇ ਵਿੱਚ ਸਾਰਾ ਦਿਨ ਜਿਹੜੇ ਜਪ ਤਪ ਦੇ ਵਿੱਚ ਉਹ ਪ੍ਰਭੂ ਭਗਤੀ ਦੇ ਵਿੱਚ ਲੀਨ ਰਹਿੰਦੇ ਸਨ। ਇਸ ਤੋਂ ਇਲਾਵਾ ਮਾਲਵਾ, ਮਾਝਾ, ਪੰਜਾਬ ਤੋਂ ਬਾਹਰ ਗੁਰਸਿੱਖੀ ਦਾ ਜਿਹੜਾ ਪ੍ਰਚਾਰ ਆ ਉਹ ਬਹੁਤ ਉਹਨਾਂ ਨੇ ਪ੍ਰਸਾਰ ਕੀਤਾ। ਅਸੀਂ ਦਇਆ ਦੀ ਗੱਲ ਕਰਦੇ ਹਾਂ। ਦਇਆ ਦੇ ਵਿੱਚ ਜਿਹੜੀ ਇੱਕ ਵੱਡੀ ਉਹਨਾਂ ਦਾ ਇਤਿਹਾਸ ਦੇ ਵਿੱਚ ਘਟਨਾ ਦਾ ਜਿਹੜਾ ਜ਼ਿਕਰ ਆਉਂਦਾ 2200 ਘੋੜਸਵਾਰ ਦੀ, ਉਹ ਜਿਹੜੇ 2200 ਘੋੜਸਵਾਰ ਸੀ ਉਹਨਾਂ ਦੇ ਵਿੱਚ ਜਿਹੜਾ ਜ਼ਿਆਦਾ ਸੀ ਉਹ ਪਰਦੇਸੀ ਸਨ। ਇਹ ਇਤਿਹਾਸ ਦੇ ਵਿੱਚ ਆਉਂਦਾ
ਗਿਆਨੀ ਗਿਆਨ ਸਿੰਘ ਇਸ ਦਾ ਜ਼ਿਕਰ ਕਰਦੇ ਨੇ ਕਿ ਜਿਹੜੇ 2200 ਘੋੜਸਵਾਰਾਂ ਦੇ ਵਿੱਚ ਜ਼ਿਆਦਾ ਪਰਦੇਸੀ ਸਨ, ਸੂਰਬੀਰ ਸੀ, ਜਿਹੜੇ ਬਾਦਸ਼ਾਹੀ ਜ਼ੁਲਮਾਂ ਤੋਂ ਡਰਦੇ ਹੋਏ ਗੁਰੂ ਮਹਾਰਾਜ ਦੀ ਜਿਹੜੀ ਸ਼ਰਨ ਦੇ ਵਿੱਚ ਆਉਂਦੇ ਨੇ। ਗੁਰੂ ਮਹਾਰਾਜ ਜੀ ਦਇਆ ਦੇ ਘਰ ਵਿੱਚ ਆ ਕੇ ਉਹਨਾਂ ਨੂੰ ਆਪਣੀ ਸੇਵਾ ਬਖਸ਼ਦੇ ਨੇ 2200 ਘੋੜਸਵਾਰਾਂ ਦੇ ਵਿੱਚ, ਕਿਉਂਕਿ ਗੁਰੂ ਮਹਾਰਾਜ ਦੇ ਨਾਲ ਘੋੜਸਵਾਰਾਂ ਦੇ ਰੂਪ ਵਿੱਚ ਹੋਣਾ ਇੱਕ ਬਹੁਤ ਵੱਡੀ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ। ਜੇ ਡਾਕਟਰ ਸਾਹਿਬ ਇੱਕ ਤੁਹਾਡੀ ਇਜਾਜ਼ਤ ਨਾਲ ਇੱਕ ਗਿਆਨੀ ਗਿਆਨ ਸਿੰਘ ਦੀ ਜਿਹੜੀ ਲਿਖਤ ਉਹਦਾ ਹੋਰ ਜ਼ਿਕਰ ਕਰਨਾ ਚਾਹੁੰਦਾ ਮੈਂ, ਕਿਉਂਕਿ ਗੁਰੂ ਮਹਾਰਾਜ ਜੀ ਕੋਮਲ ਹਿਰਦੇ ਵਾਲੇ ਸੀ। ਗਿਆਨੀ ਗਿਆਨ ਸਿੰਘ ਲਿਖਦੇ ਨੇ ਇਹ ਵੀ ਜਦੋਂ ਜਿਵੇਂ ਅਨੋਖੇ ਸ਼ਿਕਾਰੇ ਉਹਨਾਂ ਨੂੰ ਇਤਿਹਾਸ ਵਿੱਚ ਦਰਜ ਕੀਤਾ ਗਿਆ। ਗੁਰੂ ਮਹਾਰਾਜ ਜੀ ਨੂੰ ਸ਼ਿਕਾਰ ਦਾ ਸ਼ੌਂਕ ਸੀ। ਜਦੋਂ ਗੁਰੂ ਮਹਾਰਾਜ ਜੰਗਲਾਂ ਵਿੱਚ ਜਾਂਦੇ ਸੀ ਸ਼ਿਕਾਰ ਕਰਨ ਦੇ ਲਈ ਤਾਂ ਆਪਣੇ ਘੋੜੇ ਦੌੜਾਉਂਦੇ ਸੀ, ਪਰ ਉਹ ਅਨੋਖੇ ਤਰੀਕੇ ਦਾ ਸ਼ਿਕਾਰ ਕਰਦੇ ਸੀ। ਗੁਰੂ ਮਹਾਰਾਜ ਜਾਨਵਰ ਜਿਹੜੇ ਉਹਨਾਂ ਨੂੰ ਪਸੰਦ ਆਉਂਦੇ ਸੀ ਉਹਨਾਂ ਨੂੰ ਘੋੜੇ ਦੌੜਾ ਕੇ ਉਹਨਾਂ ਨੂੰ ਫੜਦੇ ਸੀ। ਫੜਨ ਤੋਂ ਬਾਅਦ ਉਹਨਾਂ ਨੇ ਇੱਕ ਆਪਣਾ ਬਾਗ ਬਣਾਇਆ ਹੋਇਆ ਸੀ, ਉਸ ਬਾਗ ਦੇ ਵਿੱਚ ਲਿਆਉਂਦੇ ਸੀ। ਉਹਨਾਂ ਨੂੰ ਜਿਹੜਾ ਉਹਨਾਂ ਦਾ ਭੋਜਨ ਦਿੱਤਾ ਜਾਂਦਾ ਸੀ ਉੱਥੇ ਰੱਖਿਆ ਹੋਏ ਸੀ। ਕਾਫੀ ਤਰ੍ਹਾਂ ਦੇ ਜਿਹੜੇ ਜ਼ਿਕਰ ਕੀਤਾ ਉਹਨਾਂ ਨੇ, ਗਿਆਨੀ ਗਿਆਨ ਸਿੰਘ ਜੀ ਨੇ ਜ਼ਿਕਰ ਕੀਤਾ ਕਿ ਜਿਹੜੇ ਜਾਨਵਰ ਫੜ ਕੇ ਲਿਆਉਂਦੇ ਸੀ ਉਹਨਾਂ ਦੇ ਵਿੱਚ ਮ੍ਰਿਗ, ਸੇ, ਕੁੱਕੜ, ਗਿੱਦੜ, ਬਘਿਆੜ, ਰਿੱਛ ਆਦਿ ਜਿਹੜੇ ਜਾਨਵਰ ਸੀ ਉਹ ਰੱਖੇ ਜਾਂਦੇ ਸੀ। ਉਸ ਤੋਂ ਬਾਅਦ ਉਹਨਾਂ ਨੂੰ ਛੱਡ ਵੀ ਦਿੱਤਾ ਜਾਂਦਾ ਸੀ ਦੁਆਰਾ ਜੰਗਲ ਦੇ ਵਿੱਚ। ਤੁਸੀਂ ਦਇਆ ਤੇ ਜਿਹੜਾ ਅਨੋਖੇ ਕਿਸਮ ਦੇ ਸ਼ਿਕਾਰੀ ਗੁਰੂ ਮਹਾਰਾਜ ਦਾ ਜ਼ਿਕਰ ਆਇਆ ਉਹਨੂੰ ਕਿਵੇਂ ਵੇਖਦੇ ਹੋ ਜੀ ਡਾਕਟਰ ਸਾਹਿਬ? ਬਲ ਸਾਹਿਬ, ਜਿਹੜਾ ਗੁਰੂ ਸਾਹਿਬ ਜੀ ਦਾ ਪੱਖ ਹੈਗਾ ਆ ਇਹ ਵਾਤਾਵਰਨ, ਬਨਸਪਤੀ ਤੇ ਸਾਰੀ ਜਿਹੜੀ ਇੱਥੇ ਸ੍ਰਿਸ਼ਟੀ ਹੈ ਉਹਦੇ ਕਲਿਆਣ ਵਿੱਚ ਹੈ। ਅੱਜ ਵਾਂਗੂ ਮਨੁੱਖ ਦਾ ਜੀਵਨ ਤੋੜ ਕੇ ਨਹੀਂ ਸੀਗੇ ਦੇਖਦੇ ਹੋ, ਨਾ ਹੀ ਪਦਾਰਥਵਾਦ ਦਾ ਕੋਈ ਉਹਦੇ ਤੇ ਕੋਈ ਹਾਵੀ ਸੀਗਾ। ਸੋ ਅੱਜ ਸਾਨੂੰ ਬੜਾ ਅਨੋਖਾ ਲੱਗਦਾ ਹੈਗਾ ਆ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਅੱਜ ਸਾਡੇ ਸਾਹਮਣੇ ਇੱਕ ਵਾਤਾਵਰਨ ਦਾ ਜਿਹੜਾ ਸੰਸਾਰ ਪੱਧਰ ਤੇ ਵੱਡਾ ਸੰਕਟ ਆਇਆ ਹੋਇਆ ਆ, ਤਾਂ ਗੁਰੂ ਸਾਹਿਬ ਜੀ ਦਾ ਜਿਹੜਾ ਉਸ ਟਾਈਮ ਦੀ ਦ੍ਰਿਸ਼ਟੀ ਸੀਗੀ ਉਹਨਾਂ ਨੂੰ ਦੇਖਣ ਦੀ, ਭਾਵੇਂ ਉਹ ਜਾਨਵਰਾਂ ਦੇ ਰੂਪ ਵਿੱਚ ਹੋਵੇ, ਭਾਵੇਂ ਉਹ ਬਨਸਪਤੀ ਦੇ ਰੂਪ ਵਿੱਚ ਹੋਵੇ, ਉਹਦੀ ਦ੍ਰਿਸ਼ਟੀ ਬੜੀ ਦੂਰ ਦ੍ਰਿਸ਼ਟੀ ਵਾਲੀ ਸੀਗੀ। ਉਹ ਸਦੀਆਂ ਤੱਕ ਜਿਹੜੇ ਆਉਣ ਵਾਲੀ ਸਦੀਆਂ ਤੱਕ ਉਹਨੂੰ ਧਿਆਨ ਕੇਂਦਰਿਤ ਸੀਗਾ ਤੇ ਉਹ ਸਾਡੇ ਵਾਸਤੇ ਹੁਣ ਵੀ ਪ੍ਰੇਰਨਾ ਦਾ ਸਰੋਤ ਨੇ। ਉਹਨਾਂ ਦੇ ਜੀਵਨ ਦੇ ਜਿਹੜੇ ਪੱਖ ਨੇ ਉਹ ਦਿਆਲਤਾ ਵਾਲੇ ਪੱਖ ਨੇ, ਉਹ ਸਿਰਫ ਮਨੁੱਖਾਂ ਤੱਕ ਸੀਮਿਤ ਨਹੀਂ, ਉਹ ਸਾਰੀ ਸ੍ਰਿਸ਼ਟੀ ਨੂੰ ਕਲਾਵੇ 'ਚ ਲੈਂਦੇ ਆ। ਉਹਦੇ ਭਾਵੇਂ ਉਹ ਜਾਨਵਰਾਂ ਦੇ ਰੂਪ ਵਿੱਚ ਤੁਸੀਂ ਜ਼ਿਕਰ ਕੀਤਾ ਹੈਗਾ ਆ, ਉਹਦੀ ਦਇਆ ਆ ਉਹ ਮਨੁੱਖਾਂ ਦੇ ਵਿੱਚ ਵੀ ਹੈ, ਮਨੁੱਖਤਾ ਦੇ ਵਿੱਚ ਵੀ ਹੈ, ਸਭ ਤੋਂ ਪਹਿਲੀ ਮਨੁੱਖਤਾ ਦੇ ਵਿੱਚ ਵੀ ਹੈ, ਉਸ ਤੋਂ ਬਾਅਦ ਉਹ ਬਨਸਪਤੀ ਤੇ ਹੈ ਤੇ ਹੋਰ ਪਸ਼ੂ ਪੰਛੀ ਜਿੰਨੀਆਂ ਵੀ ਕੁਦਰਤ ਨੂੰ ਦੇ ਬੈਲੈਂਸ ਜੀਵਨ ਦੇ ਵਿੱਚ ਜ਼ਰੂਰੀ ਕਾਰਜ ਹੁੰਦੇ ਆ, ਉਹਨਾਂ ਰਹੀ ਗੁਰੂ ਸਾਹਿਬ ਜੀ ਨੇ ਸਾਰਾ ਕੁਝ ਪੇਸ਼ ਕੀਤਾ ਆ। ਔਰ ਉਹਨਾਂ ਦਾ ਸਾਰਾ ਜਿਹੜਾ ਹਿਸਟਰੀ ਹੈਗੀ ਆ ਉਹ ਇੱਕ ਖਾਸ ਕਿਸਮ ਦੀਆਂ ਜਿਹੜੀਆਂ ਮਨੁੱਖੀ ਹੱਦਾਂ ਨੇ ਜਾਂ ਉਹਦੀਆਂ ਮਨੁੱਖ ਦੀਆਂ ਗਿਣਤੀਆਂ ਮਿਣਤੀਆਂ ਨੇ ਉਹ ਤੋਂ ਪਾਰ ਦੀ ਹੈਗੀ ਹੈ। ਸੋ ਉਸ ਅੱਜ ਵੀ ਸਾਡੇ ਸਾਹਮਣੇ ਜਿਹੜੀ ਅੱਜ ਦੀ ਇੱਕ ਹੋਰ ਗੱਲ ਜਿਹੜੀ ਇਹਦੇ ਸਮਝਣ ਦੀ ਲੋੜ ਹੈਗੀ ਹੈ ਕਿ ਗੁਰੂ ਸਾਹਿਬ ਜੀ ਇੱਕ ਫਨੋਮਨੇ ਨੂੰ ਡੀਲ ਕਰਦੇ ਹੈ। ਉਹ ਵਿਅਕਤੀਗਤ ਇਤਿਹਾਸ ਦੇ ਮਨੁੱਖਾਂ ਵਾਂਗੂ ਜੀਂਦੇ ਨਹੀਂ ਹੈਗੇ। ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜੀਆਂ ਬਿਰਤੀਆਂ ਨੇ ਮਨੁੱਖ ਵਿੱਚ ਕੁਦਰਤ ਤੇ ਕਾਬੂ ਪਾਉਣ ਦੀਆਂ, ਕੁਦਰਤ ਨਾਲ ਟਕਰਾਉਣ ਦੀਆਂ, ਇਹ ਸਦਾ ਹੀ ਜਿਹੜੀਆਂ ਨੇ ਜਾਰੀ ਰਹਿੰਦੀਆਂ ਨੇ। ਬੰਦੇ ਮਰ ਜਾਂਦੇ ਆ, ਹੋਰ ਜੰਮਦੇ ਆ, ਲੇਕਿਨ ਬਿਰਤੀਆਂ ਉਵੇਂ ਚੱਲਦੀਆਂ ਨੇ। ਸੋ ਅੱਜ ਵੀ ਜਿਹੜਾ ਗੁਰੂ ਸਾਹਿਬ ਜੀ ਦਾ ਉਹ ਸਾਨੂੰ ਪ੍ਰੇਰਨਾ ਮਿਲਦੀ ਆ ਉਹਨਾਂ ਦੇ ਜੀਵਨ ਦੇ ਵਿੱਚੋਂ, ਅੱਜ ਵੀ ਉਹ ਪ੍ਰਸੰਗਿਕ ਹੈ। ਅੱਜ ਵੀ ਸਾਨੂੰ ਉਹ ਸਿੱਖਿਆ ਦਿੰਦੀ ਹੈ ਕਿ ਅਸੀਂ ਵਾਤਾਵਰਨ ਨੂੰ ਕਿਸ ਦ੍ਰਿਸ਼ਟੀ ਤੋਂ ਦੇਖਣਾ ਆ। ਇਹ ਜਿਹੜੀ ਸਾਡੇ ਜੀਵਨ ਦੇ ਵਿੱਚ ਸਾਡੇ ਸਾਥੀ ਨੇ, ਸਹਿਯੋਗੀ ਨੇ, ਪਸ਼ੂ ਪੰਛੀ ਸਾਰੇ ਜਿਹੜੇ ਜਾਨਵਰ ਨੇ ਜਾਂ ਸਾਰੇ ਇਹ ਸਾਡੇ ਜਿਉਣ ਵਾਸਤੇ ਕਿਉਂ ਜ਼ਰੂਰੀ ਨੇ। ਸੋ ਇਹ ਸਾਰੀ ਉਹਨਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਜਿਹੜੀ ਸਿੱਖਿਆ ਮਿਲਦੀ ਹੈ, ਜਿਹਦਾ ਉਹਨਾਂ ਨੇ ਭਾਵੇਂ ਉਹ ਡਾਕਟਰ ਸਾਹਿਬ ਮੈਂ ਰੋਕਣਾ ਚਾਹਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸਵਾਗਤ ਹੈ ਜੀ। ਹਾਂ ਜੀ, ਮੈਂ ਬਰਿਹਾਰ ਸਿੰਘ ਰੰਧਾਵਾ ਬੋਲਦਾ। ਹਰਕੀਤ ਸਿੰਘ ਜੀ ਤੁਹਾਨੂੰ ਤੇ ਡਾਕਟਰ ਖੁਸ਼ਹਾਲ ਸਿੰਘ ਉਹਨਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੇਰੀ ਵੱਲੋਂ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਜੀ ਮੈਂ ਵਿਚਾਰ ਸੁਣ ਰਿਹਾ ਤੁਹਾਡੇ ਤੇ ਡਾਕਟਰ ਸਾਹਿਬ ਦੇ, ਬੜੇ ਪ੍ਰੇਮ ਭਿੱਜੇ ਤੁਹਾਡੇ ਬਚਨੇ ਆ, ਬੜੀ ਠੰਡ ਪੈ ਰਹੀ ਆ ਆਪਣੇ ਸੁਰਤ ਨੂੰ। ਤੇ ਮੈਂ ਸਿਰਫ ਇੱਕ ਗੱਲ ਕਰਨੀ ਚਾਹੁੰਦਾ ਕਿ ਭਾਈ ਗੁਰਦਾਸ ਜੀ ਜੋ ਜਿਨ੍ਹਾਂ ਨੂੰ ਆਪਾਂ ਗੁਰੂ ਘਰ ਦੇ ਵੇਦ ਵਿਆਸ ਕਰਕੇ ਮਾਨਤਾ ਸਨਮਾਨ ਕਰਦੇ ਆ, ਉਹਨਾਂ ਨੇ ਦੇਖੋ ਇੱਕ ਪੇਸ਼ੀਨ ਗੋਈ ਕੀਤੀ ਆ।
ਜੀ ਉਹ ਪੇਸ਼ ਉਹ ਕੀ ਆ ਪੇ ਸਿੱਖ ਪੁੱਛਣ ਅਰਦਾਸ ਕਰ 6 ਮਹੀਲਾਂ ਤੱਕ ਦਰਸ ਨਿਹਾਰੀ ਆਗਮ ਅਗੋਚਰ ਸਤਿਗੁਰੂ ਮੁਖ ਤੇ ਬੋਲੇ ਸੁਣੋ ਸੰਸਾਰੀ ਕਲਯੁਗ ਪੀੜੀ ਸੋਢੀਆਂ ਨੇਚਲ ਨੀਵ ਉਸਾਰ ਖਲਾਰੀ ਜੁਗ ਜੁਗ ਸਤਿਗੁਰ ਧਰੇ ਅਵਤਾਰੀ ਯੁਗ ਦਾ ਭਾਵ ਹੁੰਦਾ 2 2 ਤੇ 2 4 4 ਸਤਿਗੁਰੂ ਹੋਰ ਅਵਤਾਰ ਧਾਰਨਗੇ। ਇਹ ਗੁਰੂ ਹਰਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਦੀ ਪੱਗ ਬਾਰਿਆ ਭਾਈ ਗੁਰਦਾਸ ਜੀ ਦੀ। ਸੋ ਐਸੇ ਮਹਾਨ ਆਪਣੇ ਗੁਰੂ ਘਰ ਦੇ ਵਿੱਚ ਪਹਿਲੇ ਡਾਕਟਰ ਸਾਹਿਬ ਜ਼ਿਕਰ ਕਰ ਚੁੱਕੇ ਆ ਕਿ ਸਾਨੂੰ ਇਹ ਬੜੇ ਸਹਿਜ ਦੇ ਨਾਲ ਬੜੇ ਠਰਮੇ ਦੇ ਨਾਲ ਇਸ ਇਤਿਹਾਸ ਨੂੰ ਇਸ ਸਾਹਿਤ ਨੂੰ ਪੜ੍ਹਨਾ ਚਾਹੀਦਾ। ਬਸ ਇਹੀ ਮੇਰੀ ਤਾਂ ਅਰਦਾਸ ਹੈ ਆਪੇ ਸਾਨੂੰ ਸਤਿਗੁਰੂ ਸਮਤ ਬਖਸ਼ੇ ਅਸੀਂ ਆਪਣੀ ਪ੍ਰੇਮ ਭਾਵਨਾ ਨਾਲ ਗੁਰੂ ਇਤਿਹਾਸ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜੁੜ ਸਕੀਏ। ਫੇਰ ਤੁਹਾਨੂੰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਠੰਡ ਪੈ ਰਹੀ ਆ ਸਾਰਿਆਂ ਨੂੰ ਫੇਰ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੰਧਾਵਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਗੁਰਮਤਿ ਵਿਚਾਰਾਂ ਸਾਂਝੀਆਂ ਕਰਨ ਦੇ ਲਈ। ਇਸ ਵੇਲੇ ਅਸੀਂ ਬ੍ਰੇਕ ਲੈਣਾ ਚਾਹਾਂਗੇ, ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ। क्या हंस क्या बग